हाँ जी, BCom 4th semester सब्जैक्ट एडवांस काउंटिंग ਉਹਦੇ ਵਿੱਚ इंश्योरेंस क्लेम ਦਾ ਜਿਹੜਾ ਟੌਪਿਕ ਹੈ ਉਹ ਤੁਹਾਨੂੰ ਯਾਨੀ ਕਿ ਕੀ ਸਮਝਾਉਣ ਲੱਗੇ ਹੈ। इंश्योरेंस ਜਿਹੜੀ ਸਾਡੇ ਕੋਲ ਯਾਨੀ ਕਿ ਐਕਚੁਅਲ ਲਾਈਫ ਦੇ ਵਿੱਚ ਸਾਡੇ ਕੋਲ ਦੋ ਤਰੀਕੇ ਦੀ ਹੈ। इंश्योरेंस इंश्योरेंस ਸਾਡੇ ਕੋਲ ਦੋ ਤਰੀਕੇ ਦੀ ਜਿਹੜੀ ਇੱਕ ਤਾਂ ਹੈ ਸਾਡੇ ਕੋਲ LIC ਤੇ ਦੂਜੀ ਹੈ ਸਾਡੇ ਕੋਲ GIC। LIC ਜਿਹੜੀ ਸਾਡੀ ਹਿਊਮਨ ਬੀਇੰਗਸ ਜਿੰਨੇ ਅਸੀਂ ਹੈਗੇ ਆ ਸਾਡੇ ਸਾਰੇ ਜਿਹੜੀ ਇੰਸ਼ੋਰੈਂਸ ਹੁੰਦੀ ਹੈਗੀ ਆ ਉਹ ਸਾਡੀ ਕੀ ਹੈਗੀ ਆ ਲਾਈਫ ਇੰਸ਼ੋਰੈਂਸ। GIC ਕੀ ਹੈਗੀ ਸਾਡੇ ਕੋਲ ਜਨਰਲ ਇੰਸ਼ੋਰੈਂਸ। ਕਿਸੇ ਵੀ ਲਾਈਫ ਤੋਂ ਹਿਊਮਨ ਬੀਇੰਗਸ ਤੋਂ ਇਲਾਵਾ ਕਿਸੇ ਵੀ ਹੋਰ ਪਰਸਨ ਹੋਰ ਕਿਸੇ ਚੀਜ਼ ਦੀ ਇੰਸ਼ੋਰੈਂਸ ਹੁੰਦੀ ਹੈ ਤਾਂ ਉਹਨੂੰ ਜਨਰਲ ਇੰਸ਼ੋਰੈਂਸ ਦੇ ਵਿੱਚ ਅਸੀਂ ਯਾਨੀ ਕਿ ਕਾਊਂਟ ਕਰਦੇ ਹਾਂ। ਹਿਊਮਨ ਬੀਇੰਗਸ ਦੀ ਜਿਹੜੀ ਇੰਸ਼ੋਰੈਂਸ ਹੁੰਦੀ ਆ ਉਹ ਲਾਈਫ ਇੰਸ਼ੋਰੈਂਸ ਦੇ ਵਿੱਚ ਹੁੰਦੀ ਹੈ। ਪਰ ਜਿਵੇਂ ਅਸੀਂ ਹੁਣ ਕਿਸੇ ਫੈਕਟਰੀ ਦੀ ਕਿਸੇ ਮਸ਼ੀਨ ਦੀ ਕਿਸੇ कंप्यूटर लैपटॉप एनीथिंग किसी भी यानी कि नॉन लिविंग यानी कि पर्सन नॉन लिविंग एसेट दी यानी कि ਅਸੀਂ यानी कि इंश्योरेंस करवाई है तो ਉਹਨੂੰ ਅਸੀਂ ਕਹਿੰਦਾ ਜਨਰਲ ਇੰਸ਼ੋਰੈਂਸ ਦੇ ਵਿੱਚ ਕਵਰ ਕਰਦੇ ਹਾਂ। ਲਾਈਫ ਇੰਸ਼ੋਰੈਂਸ ਦੇ ਵਿੱਚ ਸਾਡੇ ਕੋਲ ਯਾਨੀ ਕਿ ਅਸੀਂ ਜਿਹੜੇ ਹਿਊਮਨ ਬੀਇੰਗਸ ਹਨ ਸਾਡੀ ਇੰਸ਼ੋਰੈਂਸ ਕਵਰ ਹੁੰਦੀ ਹੈ। ਹੁਣ ਸਟੂਡੈਂਟਸ ਨੂੰ ਯਾਨੀ ਕਿ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ LIC ਤੇ GIC ਕੀ ਚੀਜ਼ ਹੈ। LIC ਹਿਊਮਨ ਬੀਇੰਗ ਸੀ ਤੇ GIC ਜਿਹੜੀ ਯਾਨੀ ਕਿ ਨॉन ਲਿਵਿੰਗ थिंग्स ने उन्होंने हुण एक इनू समझन ये क्यों दस्या पहला क्योंकि जो साडा टॉपिक है इंश्योरेंस क्लेम तो पहला जान के सानू ये नॉलेज है जिहदे इंश्योरेंस की चीज़ है। इंश्योरेंस की है हुण इंश्योरेंस जे असीं किसी पर्सन किसी हुण मेरी इंश्योरेंस हुई है हुण मेरी जी इंश्योरेंस हुई है मैं इंश्योरेंस 10 लाख रुपीज़ की करवाई है। हुण सारे कहते हैं सर तो 10 लाख रुपया सर ने 10 लाख की इंश्योरेंस कराई हुई है सर को बहुत ज़्यादा पैसा पर 10 लाख मैं उन्होंने इंश्योरेंस कंपनी 10 लाख रुपए दे के आया मैं इंश्योरेंस कंपनी दे के आया प्रीमियम। हुण इत्थे दो गल्लां आउंदियां एक हुंदा साडे कोले सम इंश्योर्ड ते एक हुंदा साडे कोले प्रीमियम। स्टूडेंट्स ने पहला पता होना चाहिए भी सम इंश्योर्ड ते प्रीमियम दे विच की फर्क है। सम इंश्योर्ड हुंदा जदों किसी पर्सन की इंश्योरेंस हुंदी है तां इंश्योरेंस कंपनी दे नाल ओहदा यानी कि कॉन्ट्रैक्ट हुंदा भी तुसीं किन्ने दी इंश्योरेंस करवानी है। हुण कोई पर्सन 1 लाख की करांदा कोई 10 लाख की करांदा कोई 1 करोड़ की करांदा इट मीनस वो जे हुण मैं 10 लाख की इंश्योरेंस करवाई है इट मीनस ये नहीं मैं 10 लाख रुपीज़ उन्होंने देना मैं उन्होंने प्रीमियम देना जिहड़ा ये 10 लाख रुपीज़ जिहड़ा यानी कि उन्होंने मेरा एग्रीमेंट होया उन्होंने की कहते हैं सम इंश्योर्ड जिहड़ा यानी कि उन्होंने मैं यानी कि मंथली क्वार्टरली एनुअली जो यानी कि पे करना उन्होंने की कहते हैं प्रीमियम। प्रीमियम मंथली भी हो सकता क्वार्टरली भी हो सकता ते एनुअली भी हो सकता ते वन टाइम भी हो सकता। ਜਿਹੜੀਆਂ ਇਸ ਟਾਈਮ ਕਾਫੀ ਇੰਸ਼ੋਰੈਂਸ ਕੰਪਨੀ ਨੇ ਇਸ ਤਰੀਕੇ ਦੇ ਪਲਾਨ ਲਾਂਚ ਕੀਤੇ ਜਿਹੜੇ ਵਨ ਟਾਈਮ ਇੰਸ਼ੋਰੈਂਸ ਦੇ ਵਨ ਟਾਈਮ ਪ੍ਰੀਮੀਅਮ ਪੇ ਕਰੋ ਉਸ ਤੋਂ ਬਾਅਦ ਤੁਹਾਡੀ ਯਾਨੀ ਕਿ 20 ਸਾਲ 25 ਸਾਲ ਦੀ ਇੰਸ਼ੋਰੈਂਸ ਯਾਨੀ ਕਿ ਹੋ ਜਾਂਦੀ ਹੈ। ਹੁਣ ਪਹਿਲੀ ਗੱਲ ਇਹ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇੱਕ ਸਮ ਇੰਸ਼ੋਰਡ ਆ ਤੇ ਇੱਕ ਹੈ ਸਾਡੇ ਕੋਲੇ ਪ੍ਰੀਮੀਅਮ। ਸਮ ਇੰਸ਼ੋਰਡ ਤੁਸੀਂ ਕਿੰਨੇ ਦੀ ਇੰਸ਼ੋਰੈਂਸ ਕਰਵਾਈ ਹੈ ਪ੍ਰੀਮੀਅਮ ਉਸ इंश्योरेंस दे तुसी यानी कि मंथली या क्वार्टरली कितनी अमाउंट यानी कि करदे हो पे करदे हो इंश्योरेंस कंपनी। हुण सम इंश्योर्ड एक हुंदा इहदे विच वर्ड डीड वर्ड की है डीड है जदों यानी कि क्या जिन्हों असीं की कहंदे हैं कवर नोट जदों इंश्योरेंस कंपनी दा किसी पर्सन मैं इंश्योरेंस कंपनी नाल अपना कॉन्ट्रैक्ट कीता इंश्योरेंस कंपनी ने जिहड़ा कॉन्ट्रैक्ट कीता ਹੁਣ ਜਦੋਂ ਮੈਂ ਇੰਸ਼ੋਰੈਂਸ ਕੰਪਨੀ ਨਾਲ ਜਿਹੜੇ ਐਂਡ ਟਰਮਸ ਐਂਡ ਕੰਡੀਸ਼ਨ ਉਹ ਮੇਰੇ ਤੇ ਯਾਨੀ ਕਿ ਫੋਲੋ ਕਰਨਗੇ ਜਿਹੜੀਆਂ ਉਹਨਾਂ ਨਾਲ ਮੇਰੇ ਯਾਨੀ ਕਿ ਟਾਈਪ ਹੋਇਆ ਉਹ ਸਾਰੀਆਂ ਇੱਕ ਕੰਟਰੈਕਟ ਦੇ ਵਿੱਚ ਲਿਖੀਆਂ ਜਾਂਦੀਆਂ ਜਿਹੜੇ ਉਹ ਕੰਟਰੈਕਟ ਦੇ ਵਿੱਚ ਲਿਖੀਆਂ ਜਾਂਦੀਆਂ ਉਹ ਨਹੀਂ ਯਾਨੀ ਕਿ ਅਸੀਂ ਕਿਹੜਾ ਡਾਕੂਮੈਂਟ ਕਹਿੰਦੇ ਆ ਕਵਰ ਨੋਟ। ਹੁਣ ਇਹਦੇ ਤਿੰਨ ਪੁਆਇੰਟ ਤੁਹਾਨੂੰ ਦੱਸਿਆ ਸਮ ਇੰਸ਼ੋਰਡ ਇੱਕ ਹੈਗਾ ਪ੍ਰੀਮੀਅਮ ਤੇ ਇੱਕ ਹੁੰਦਾ ਕਵਰ ਨੋਟ। ਸਮ ਇੰਸ਼ੋਰਡ ਕਿੰਨੇ ਦੀ ਇੰਸ਼ੋਰੈਂਸ ਕਰਵਾਈ ਹੈ ਪ੍ਰੀਮੀਅਮ ਤੁਸੀਂ ਉਹਦਾ ਮੰਥਲੀ ਐਨੂਅਲੀ ਜਾਂ ਕੁਆਰਟਰਲੀ ਕਿੰਨਾ ਅਮਾਉਂਟ ਪੇ ਕਰਦੇ ਇੰਸ਼ੋਰੈਂਸ ਕੰਪਨੀ ਨੂੰ ਤੇ ਕਵਰ ਨੋਟ ਤੁਸੀਂ ਯਾਨੀ ਕਿ ਜਿਹੜੇ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਤੁਹਾਡੇ ਕੰਟਰੈਕਟ ਦੇ ਵਿੱਚ ਲਿਖੀਆਂ ਗਈਆਂ ਇੰਸ਼ੋਰੈਂਸ ਕੰਪਨੀ ਦੇ ਨਾਮ ਉਹ ਕਿਹਦੇ ਵਿੱਚ ਲਿਖੀਆਂ ਜਾਂਦੀਆਂ ਨੇ ਕਵਰ ਨੋਟ ਦੇ ਵਿੱਚ ਲਿਖੀਆਂ। ਠੀਕ ਹੈ ਇਹ ਚੀਜ਼ਾਂ ਤਾਂ ਕਰਕੇ ਦੱਸੀਆਂ ਸਟੂਡੈਂਟਸ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਹੁੰਦੀ। ਇੰਸ਼ੋਰੈਂਸ ਕਲੇਮ ਸਟਾਰਟ ਕਰ ਦਿੰਦੇ ਆ ਸਾਰੇ ਚੈਪਟਰ ਕਰ ਦਿੰਦੇ ਆ ਪਰ ਇਹਨਾਂ ਚੀਜ਼ਾਂ ਦੀ ਪਹਿਲਾਂ ਨੌਲੇਜ ਹੋਣੀ ਜ਼ਰੂਰੀ ਹੈ। ਠੀਕ ਹੈ ਹੁਣ ਅਸੀਂ ਆਪਣੇ ਟੌਪਿਕ ਤੇ ਆਉਂਦੇ ਹਾਂ। टॉपिक का नाम है जो साढ़े को इंश्योरेंस क्लेम। इंश्योरेंस मैं पहला हुणे कह के हटिया जी असं यानी कि एक ह्यूमन बीइंग्स होंगी है तो एक होंगी है साढ़े को यानी कि नॉन लिविंग थिंग्स। हुण जी नॉन लिविंग थिंग्स साढ़े को जनरल इंश्योरेंस हैगी है। अज तुसीं देखिया होना तुसीं ज़्यादातर अपने हुण कई इत्थे क्लास में कई बिजनेसमैन भी होणगे ठीक है कि नहीं हुण उत्थे उन्होंने बिजनेस के अपनी इंश्योरेंस करवाई होंगी है
ਹੁਣ ਤੁਸੀਂ ਆਪਣੀ ਸਕੂटर ਦੀ, ਐਕਟਿਵਾ ਦੀ, ਬਾइक ਦੀ, कार ਦੀ, ਇਹਨਾਂ ਦੀ इंश्योरेंस करवाई है, वो सारी किहदे विच आउंदी साडे कोल? जनरल इंश्योरेंस कारपोरेशन दे विच। हुण इस तो पहला ये चीज़ है कि साडे कोल जिहड़ी इंश्योरेंस क्लेम असीं जिहड़ा चैप्टर करना वो दो चीज़ां दे नाल डील करदा। एक तां करदा हैगा स्टॉक दे नाल ते एक डील करदा हैगा प्रॉफिट दे नाल। जिहड़ा टॉपिक तुहानूं समझाना वो मैं प्रॉफिट वाला समझाना, पर पहले मैं तुहानूं चीज़ दोनों समझाऊंगा कि दोनों च की फर्क है। लॉस ऑफ स्टॉक पॉलिसी की है? हुण किसी परसन की यानी कि क्या बिजनेस उत्ते 10 लाख रुपए की यानी कि 10 लाख का स्टॉक पे उन्होंने अपने बिजनेस अपने स्टॉक की इंश्योरेंस करवाई हुई है। जो यानी कि बिजनेस प्लेस तो कोई भी मिससेटिंग हो जाती है, फायर हो जाती है, थैफ्ट हो जाती है, कुछ भी होंदा तो इंश्योरेंस कंपनी यानी कि वो स्टॉक का जिन्ना कंपनसेशन बंद होएगा उन्होंने की करेगी, पे करेगी। जो उन्हें यानी कि वो पॉलिसी लेती हुई है तो इट मीनस वो की लॉस ऑफ स्टॉक पॉलिसी, ठीक है, मीनस के स्टॉक की इंश्योरेंस करवानी। जिवें तुसीं अपने बिजनेस दे विच यानी कि जिहड़ी कोई भी एसेट पई है तुसीं ओहदी एसेट नहीं जिहड़ी यानी कि कोई जिहड़ा जिन्ना तुसीं डील करदे हो ओहदी तुसीं इंश्योरेंस करवाई है, दैट इज कॉल्ड द स्टॉक, ठीक है। कॉन्सिक्वेंशियल लॉस ऑफ प्रॉफिट पॉलिसी की है, ये चीज़ हुण तुहानूं समझानी है। ਇਹਦੇ ਵਾਸਤੇ ਪਹਿਲਾਂ ਮੈਂ ਕਨਸੀਕੁਐਂਸ਼ੀਅਲ ਲਾਸ ਆਫ ਪ੍ਰੋਫਿਟ ਪॉलिसी ਦੇ ਵਿੱਚ ਕੀ ਹੈਗਾ ਇਹਨੂੰ ਅਸੀਂ ਇੱਕ ਐਗਜ਼ਾਮਪਲ ਤੋਂ ਸਟਾਰਟ ਕਰਨਾ। ਇਹ ਉਹਦੇ ਹੀ ਯਾਨੀ ਕਿ ਕੀ ਹੈ ਸਾਰੇ ਸਟੈਪਸ ਲਿਖੇ ਹੋਏ ਆ ਜਿਹੜੇ ਮੈਂ ਚੀਜ਼ ਤੁਹਾਨੂੰ ਸਮਝਾਣੀ ਹੈ। ਕਨਸੀਕੁਐਂਸ਼ੀਅਲ ਲਾਸ ਆਫ ਪ੍ਰੋਫਿਟ ਪॉलिसी, ਕਨਸੀਕੁਐਂਸ਼ੀਅਲ लॉस ऑफ प्रॉफिट पॉलिसी एक ही चीज है। इन्हें समझने वास्ते पहला असं यानी कि क्या एक एग्जाम्पल स्टार्ट करते हैं। एक बिजनेस प्लेस है, एक बिजनेस प्लेस है, उस बिजनेस प्लेस के उत्ते की है, उस बिजनेस प्लेस के उत्ते फायर लग गई, फायर अगर हुई, फायर जी अगर हुई वो हुई 31 जुलाई 2010। हुण जदों उस बिजनेस प्लेस उत्ते 31 जुलाई 2010 को फायर लगी, उस बिजनेसमैन की यानी कि सारी शॉप यानी कि क्या डिस्ट्रॉय हो गई, जिन्ना स्टॉक पिया सी सब कुछ जिहड़ा स्टॉक पिया सी वो तो स्टॉक पॉलिसी दे विच कवर हो जाना। उन्हें इंश्योरेंस कंपनी के नाल एक होर इंश्योरेंस करवाई हुई है, वो काहदी इंश्योरेंस है कॉन्सिक्वेंशियल लॉस ऑफ प्रॉफिट पॉलिसी। एक ही चीज़ है 31 जुलाई 2010 में बिजनेस प्लेस ते फायर लगी, 30 अक्टूबर 2010 तक उत्थे वो बिजनेस नहीं कर पाया। इट मीनस कितनी देर हो गई, अगस्त, सितंबर ते अक्टूबर, 3 महीने वो उत्थे बिजनेस यानी कि क्या नहीं चले। बड़ा इंटरेस्टिंग टॉपिक है कॉन्सिक्वेंशियल लॉस ऑफ प्रॉफिट पॉलिसी। पेपर दे विच थियरी पार्ट ते प्रैक्टिकल दोनों के पॉइंट ऑफ व्यू वेरी वेरी इंपॉर्टेंट है ये टॉपिक है। एक अगस्त, सितंबर ते अक्टूबर, इट मीनस 3 महीने का बिजनेस नहीं चलिया। हुण अगले ने इंश्योरेंस कंपनी नाल इदां दी इंश्योरेंस करवाई हुई है, जे उहदे प्रॉफिट दे विच थोड़ा जिहा भी यानी कि क्या नुकसान होता तो इट मीनस किसी भी चीज़ के नाल ये मीनस कि फायर लगन दे या थैफ्ट लगन दे नाल तो इंश्योरेंस कंपनी जिन्ना उहदा प्रॉफिट रिड्यूस होया उस प्रॉफिट का उन्हें कंपनसेशन की करेगी, पे करेगी। ਇਹਦੇ ਵਿੱਚ ਕੀ ਸੀਗਾ ਸਟਾਕ ਡਿਸਟਰॉय ਹੋਣਾ। ਇਹਦੇ ਵਿੱਚ ਜੇ ਉਹਦਾ ਪ੍ਰੋਫਿਟ ਯਾਨੀ ਕਿ ਫਾਇਰ ਜਾਂ ਥੈਫਟ ਦੇ ਨਾਲ ਫਾਇਰ ਲੱਗਣ ਦੇ ਨਾਲ ਜਾਂ ਥੈਫਟ ਹੋਣ ਦੇ ਨਾਲ ਉਹਦਾ ਪ੍ਰੋਫਿਟ ਯਾਨੀ ਕਿ ਫਿਰ ਉਹਦੇ ਪ੍ਰੋਫਿਟ ਘਟਦਾ ਤਾਂ ਉਹ ਪ੍ਰੋਫਿਟ ਦਾ ਕੰਪਨਸੇਸ਼ਨ ਇੰਸ਼ੋਰੈਂਸ ਕੰਪਨੀ ਨੂੰ ਕੀ ਕਰੇਗੀ, पे ਕਰੇਗੀ। ਹੁਣ ਇਹਦੇ ਵਿੱਚ 3 ਮਹੀਨੇ ਉਹਦਾ ਬਿਜ਼ਨਸ ਨਹੀਂ ਚੱਲਿਆ, इंश्योरेंस कंपनी ने उन्हें कहा मेरा 3 महीने इतने बिजनेस नहीं चलिया जी, मैं 3 महीने का कंपनसेशन पे किया जाए। हूँ 3 महीने जो बिजनेस नहीं चलिया तो 3 महीने सेल की होगी, डिक्रीज होगी। हूँ इंश्योरेंस कंपनी कहती तेन उस सेल दे उन्हें कहा भी मैंने हूँ कंपनसेशन दो। इंश्योरेंस कंपनी ने उस पर्सन कहा बिजनेसमैन कहा भी 10 दिन कितना सी यानी कि क्या कंपनसेशन पे करिए। इंश्योरेंस कंपनी उन्हें कहा जी मेरी 3 महीने इन्नी सेल घटी है, मैंने इन्ना कंपनसेशन पे किया जाए। ਹੁਣ ਜਿਹੜੀ ਉਹ ਚੀਜ਼ ਸੇਲ ਘਟੀ ਆ ਉਸ ਸੇਲ ਨੂੰ ਅਸੀਂ ਯਾਨੀ ਕਿ ਕਿਹਾ ਇਸ ਚੈਪਟਰ ਦੇ ਵਿੱਚ ਕੀ ਨਾਮ ਦਿੱਤਾ ਵਾ, ਸਟੈਪ 1 ਜਿਹੜਾ ਅਸੀਂ ਕੈਲਕੂਲੇਟ ਕਰਨਾ ਉਹ ਹੈ ਸਾਡੇ ਕੋਲ ਸ਼ਾਰਟ ਸੇਲ। ਉਹ ਕੀ ਚੀਜ਼ ਆ, ਹੁਣ ਸ਼ਾਰਟ ਸੇਲ ਕੀ ਹੈ, ਆਹ ਜਿਹੜੀ ਸੇਲ ਉਹਦੀ ਯਾਨੀ ਕਿ 3 ਮਹੀਨੇ 'ਚ ਰਿਡਿਊਸ ਹੋਈ ਆ, ਅਸੀਂ ਉਹ ਚੀਜ਼ ਦੀ ਕੈਲਕੂਲੇਸ਼ਨ ਕਰਨੀ ਹੈ। ਉਹ ਕਹਿੰਦੇ ਤੂੰ ਸਾਨੂੰ ਕਿਵੇਂ ਕਹਿ ਸਕਦਾ ਯਾਨੀ ਕਿ ਕਿਹਾ ਇਹ 3 ਮਹੀਨੇ 'ਚ ਤੇਰੀ ਇੰਨੀ ਸੇਲ ਹੋਣੀ ਹੈ। ਉਹ ਕਹਿੰਦੇ ਜੀ
मेरी पिछले साल यही 3 महीनों मीनस कि 31 जुलाई 2009 टू 30 अक्टूबर 2009 इन्हां 3 महीनों सेल 1 लाख रुपये हुई सी। मैंने 1 लाख रुपये क्लेम दिता है। हुण इंश्योरेंस कंपनी भी सियाणी है। इंश्योरेंस कंपनी कहती तेन असीं 1 लाख रुपये क्लेम क्यों दईए, असीं तेन सेल का थोड़ा नुकसान होया, तेन तो सेल उत्ते जो प्रॉफिट होना सी ओहदा नुकसान होया, तेन असीं ओह क्लेम देवांगे। ठीक है कि इट मीनस हुण ये मार्कर असीं 10 रुपीज़ का लैके आए, हुण जे 15 रुपीज़ का यानी कि क्या सेल हुंदा तो मैनूं कितना प्रॉफिट होना 5 रुपीज़। जे 10 रुपीज़ का सेल नहीं हुंदा तो इंश्योरेंस कंपनी मैं कहूँगा जी मैनूं 10 रुपये दो या मैनूं 15 रुपये दो। इंश्योरेंस कंपनी को कहूँगा मैनूं जिन्ना यानी कि क्या इस सेल के उत्ते जिन्ना प्रॉफिट इस मार्क नूं सेल करके जिन्ना प्रॉफिट होना सी पर वो नहीं हो सकिया, ठीक है, ड्यू टू सम अदर रीजनस, वो प्रॉफिट का तेनों असीं कंपोजिशन की करांगे पे करांगे। हुण ओहदे विच की है सब तो पहला जिहड़ा स्टैप असीं कैलकुलेट करना वो की है सर कोई शॉर्ट सेल। शॉर्ट सेल की हुंदी है जिस साल फायर लगी उस साल ਉਹਦੀ सेल ਉਹਨਾਂ 3 ਮਹੀਨਿਆਂ ਦੇ ਵਿੱਚ ਕਿੰਨੀ सेल ਉਹਦੀ ਕੀ ਹੋਈ ਹੈ ਰਿਡਿਊਸ ਹੋਈ ਹੈ, ਉਸ ਚੀਜ਼ ਦੀ ਅਸੀਂ ਕੈਲਕੂਲੇਸ਼ਨ ਕਰਨੀ ਹੈ। ਤਾਂ ਉਹਦਾ ਨਾਮ ਕੀ ਦਿੱਤਾ ਇਹਦੇ ਵਿੱਚ ਸ਼ਾਰਟ सेल। ਉਹਨੂੰ ਕੈਲਕੂਲੇਟ ਕਰਨ ਦਾ ਤਰੀਕਾ ਕੀ ਹੈ, ਜਿਸ ਸਾਲ ਫਾਇਰ ਲੱਗੀ ਹੈ ਉਹੀ ਟਾਈਮ ਪੀਰੀਅਡ ਦੀ ਪਿਛਲੇ ਸਾਲ ਦੀ ਸਾਨੂੰ सेल ਪੇਪਰ 'ਚ ਗਿਵਨ ਹੋਏਗੀ, ਕੁਐਸਚਨ ਦੇ ਵਿੱਚ ਗਿਵਨ ਹੋਏਗੀ। ਜਿਹੜੀ ਉਹ सेल 3 ਮਹੀਨਿਆਂ ਦੀ ਉਹੀ ਜਾਂ 4 ਮਹੀਨੇ ਜਿੰਨੇ ਵੀ ਆ ਉਹ ਗਿਵਨ ਹੋਣਗੇ, ਉਹਨੂੰ ਅਸੀਂ ਜਿਹੜੀ सेल ਕਹਿੰਦੇ ਆ ਉਹ ਕਿਹੜੀ सेल ਕਹਿੰਦੇ ਆ ਸਟੈਂਡਰਡ सेल। रिपीट करदा जेडी सेल जिस साल फायर लगी है उसे टाइम पीरियड दी पिछले साल दी जेडी सेल दित्ती हुंदी है उन्हें केड़ी सेल कहते हैं स्टैंडर्ड सेल। ठीक जी। उस तो बाद हुण इत्थे कि मैं पॉइंट लिखा प्लस परसेंटेज नाम पाया एरो द साइन इंक्रीज दा ये की है वो कहता जी तुसीं मैनूं कहंदे हो चलो तैनूं सेल दा नहीं यानी कि तैनूं यानी कि सेल तेरी जिन्नी होई वो पिछले साल वाली सेल के चल गई। वो कहते जी मैंने उम्मीद है मैंने यानी कि क्या मैंने विश्वास है इस साल मेरी सेल 20% बढ़ूगी पिछले साल नालों, क्योंकि बिजनेस हमेशा अपवर्ड ट्रेंड से चलता, कई बार डाउनवर्ड ट्रेंड से चलता, बट ज़्यादातर मोस्टली यानी कि अपवर्ड ट्रेंड के वो कहते भी सारा बिजनेस चलता है। हुण स्टैंडर्ड सेल साडे कोल यानी कि क्या पिछले साल की गिवन है वही टाइम पीरियड की 3 महीने की जिन्ने परसेंट उन्हें इंक्रीमेंट किया असीं उहदे चों इंक्रीमेंट की कर देना। हुण इत्थे कितनी सेल बनी है असीं वो 3 महीने की 1 लाख रुपये उन्हें कितने परसेंट इंक्रीमेंट किया 20%, यानी कि 1 लाख का 20% कितना हो गया 1 लाख 20 है। वो कहता जी मेरी सेल 1 लाख नहीं घटी, मेरी सेल कितनी घटी है 1 लाख 20,000 रुपये। हुण इहदे वास्ते की हुण 1 लाख 20,000 रुपये इंश्योरेंस कंपनी कहती हुण तैनूं 1 लाख वो कहता जी हुण 1 लाख 20,000 की सेल घटी है 1 लाख 20,000 की सेल ते जिहड़ा प्रॉफिट बनदा मैनूं दे दो। इंश्योरेंस कंपनी कहती नहीं, कहते जे तू सियाणा ना तू इंक्रीमेंट करता पिया तो असीं भी यानी कि किया पॉइंट यानी कि क्या असीं भी यानी कि ਇਹਦੇ ਵਿੱਚੋਂ ਇੱਕ सेल माइनस करनी है। उस सेल का नाम की हैगा डिसलोकेशन सेल। एक ही चीज हुंदी है डिसलोकेशन सेल, जिथे बिजनेस प्लेस ਦੇ ਉੱਤੇ फायर लगी सी ਉਹਨੇ 3-4 शॉप ਛੱਡ ਕੇ कोई शॉप किराए ਤੇ ਲੈ ਕੇ ਉੱਥੇ बिजनेस ਕਰਨ ਲੱਗ ਗਿਆ। ਉਹਨੇ 3 ਮਹੀਨੇ ਉਹਨੇ ਆਪਣਾ ਕੰਮ ਬੰਦ नहीं ਕੀਤਾ परमानेंट यानी कि काम एक बार ਤਾਂ यानी कि बंद हो ਜਾਂਦਾ, बट फिर भी उन्हें फॉर द टाइम बीइंग कस्टमर ਨੂੰ यानी कि सर्विस प्रोवाइड करने वास्ते 3-4 शॉप ਛੱਡ ਕੇ यानी कि क्या जगह किराए ਤੇ ਲੈ ਕੇ काम ਕਰਨ ਲੱਗ ਗਿਆ। ਹੁਣ ਉੱਥੇ ਜਾ ਕੇ ਉਹਨੇ ਸੇਲ ਕੀਤੀ ਹੋਣੀ इंश्योरेंस कंपनी ਦੀ ਨਜ਼ਰਾਂ ਦੇ ਵਿੱਚ ਕਿੰਨੀ ਸੇਲ ਘਟੀ ਹੈ 1,20,000। ਜਦੋਂ ਉਹਨਾਂ ਨੇ ਇਨਕੁਆਇਰੀ ਕਰਾਈ ਇਨਕੁਆਇਰੀ ਕਰਾਉਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਇਹਨੇ ਬਿਜ਼ਨਸ ਆਪਣਾ ਪੂਰਾ ਬੰਦ ਨਹੀਂ ਕੀਤਾ, ਇਹਨੇ 3-4 ਸ਼ਾਪ ਛੱਡ ਕੇ ਜਗ੍ਹਾ ਕਿਰਾਏ ਤੇ ਲੈ ਕੇ ਕੰਮ ਕੀਤਾ। ਉੱਥੇ ਜਾ ਕੇ ਜਿਹੜੀ ਸੇਲ ਕੀਤੀ ਆ ਉਹ ਸੇਲ ਕਿਹੜੀ ਹੁੰਦੀ ਹੈ डिसलोकेशन सेल। ठीक है हुण इंश्योरेंस वो कहते तू अपनी इंक्रीमेंट करनी सी तेरी असीं कर ली, ठीक है हुण जिहड़ी सेल तेरी एक्चुअल दे विच होई आ इट मीनस यानी कि क्या तैनूं 1,20,000 सेल का नुकसान नहीं होया तो ਉਹਦੇ ਵਿੱਚੋਂ 50,000 ਰੁਪਏ ਦੀ ਸੇਲ ਉੱਥੇ ਕਰ ਲਈ ਹੋਈ ਹੈ ਜਾ ਕੇ, ਇਟ मीनस ਤੈਨੂੰ ਕਿੰਨਾ ਨੁਕਸਾਨ ਹੋਇਆ 70,000। ਇਟ मीनस ਜਿਹੜੀ ਸ਼ਾਰਟ ਸੇਲ ਹੋਈ ਆ ਉਹ ਕਿੰਨੀ ਹੋਈ ਹੈ 70,000। ठीक है स्टेप प्रॉपर तरीके नाल यानी कि क्या करने हैं जिवें जिवें यानी कि लिखा जे कोई नहीं है मैं एक बार रिपीट कर देना कि की चीज़ है। सब तो पहला स्टेप असीं शॉर्ट सेल कैलकुलेट करनी है वो की चीज़ है जिस साल फायर लगी है ਉਹੀ टाइम पीरियड ਦੀ पिछले साल ਦੀ ਉਹਨੇ टाइम पीरियड ਦੀ सेल ਸਾਨੂੰ गिवन ਹੋਈ क्वेश्चन ਦੇ ਵਿੱਚ। ठीक है ਜਿਹੜੀ ਉਹ पिछले साल ਦੀ ਉਹੀ टाइम पीरियड ਦੀ सेल ਦਿੱਤੀ ਹੋਈ ਹੈ ਉਹਨੂੰ ਕਿਹੜੀ सेल ਕਹਿੰਦੇ ਆ स्टैंडर्ड सेल। ਜੇ ਕੋਈ इंक्रीमेंट है जरूरी नहीं है सारे क्वेश्चन ਦੇ ਵਿੱਚ गिवन होएगा,
जिस क्वेश्चन ਦੇ ਵਿੱਚ ਗਿਵਨ ਹੈ ਉਹਦੇ ਵਿੱਚ ਅਸੀਂ ਯਾਨੀ ਕਿ ਇੰਕਰੀਜ਼ ਕਰ ਦੇਣੀ ਜਿੰਨੇ ਪਰਸੈਂਟ ਹੋਏਗੀ। ਹਾਂ ਇੰਕਰੀਜ਼ ਕਰਨ ਤੋਂ ਬਾਅਦ ਜਿਹੜੀ ਸਾਡੇ ਕੋਲ ਟੋਟਲ ਸੇਲ ਹੈ ਹੁਣ ਉਹਦੀ ਸੇਲ ਵੀ ਰਿਡਿਊਸ ਹੋਈ ਹੈ। ਜਿਹੜੀ ਡਿਸਲੋਕੇਸ਼ਨ ਦੀ ਸੇਲ ਹੈਗੀ ਹੈ ਉਹ ਅਸੀਂ ਕੀ ਕਰ ਦੇਣੀ ਹੈ ਮਾਈਨਸ ਕਰ ਦੇਣੀ। डिसलोकेशन सेल ਜਿਹੜੀ ਨੇ ਹੋਰ ਕਿਸੇ ਪਲੇਸ ਉੱਤੇ ਬਿਜ਼ਨਸ ਪਲੇਸ ਉੱਤੇ ਹਾਇਰ ਕਰਕੇ ਆ ਕੀ ਹੈ ਜਿਹੜੀ ਬਿਜ਼ਨਸ ਬੱਚੇ ਪੇਪਰ 'ਚ ਗਲਤੀ ਕੀ ਕਰਦੇ ਆ ਪਹਿਲਾਂ 1 ਲੱਖ ਦੇ ਵਿੱਚ 50000 ਮਾਈਨਸ ਕਰ ਦਿੰਦੇ ਆ ਬਾਅਦ ਵਿੱਚ ਉਹਦਾ ਇੰਕਰੀਮੈਂਟ ਐਡ ਕਰਦੇ ਆ ਗਲਤੀ ਆ ਧਿਆਨ ਨਾਲ ਹੁਣ ਦੇਖੋ ਕੀ ਕਰ ਰਹੇ ਆ ਸਟੈਂਡਰਡ ਸੇਲ ਦੇ ਵਿੱਚ ਪਹਿਲਾਂ ਇੰਕਰੀਮੈਂਟ ਕਰਨਾ ਉਸ ਤੋਂ ਬਾਅਦ ਡਿਸਲੋਕੇਸ਼ਨ ਦੀ ਸੇਲ ਕੀ ਕਰਨੀ ਹੈ ਮਾਈਨਸ ਕਰਨੀ ਇਹ ਨਹੀਂ ਕਰਨਾ 1 ਲੱਖ ਦੇ ਵਿੱਚੋਂ ਪਹਿਲਾਂ 50000 ਮਾਈਨਸ करता फिर वो 20% इंक्रीज करता गलत है। ठीक है इट मींस यानी कि क्या शॉर्ट सेल ਜਿਹੜੀ ਕੈਲਕੂਲੇਟ ਕਰਨੀ ਕਲੀਅਰ ਹੋ ਗਈ ਇੱਥੇ ਤੱਕ ਸ਼ਾਰਟ ਸੇਲ ਦੂਜਾ ਸਟੈਪ ਕੀ ਹੈਗਾ ਹੁਣੇ ਅਸੀਂ ਪਹਿਲਾਂ ਜਦੋਂ ਸਟਾਰਟਿੰਗ ਕੀਤੀ ਸੀਗੀ ਅਸੀਂ ਇਹ ਕਿਹਾ ਸੀ ਪਰਸਨ ਕਹਿੰਦਾ ਜੀ ਮੇਰੀ 1 ਲੱਖ ਰੁਪਏ ਦੀ ਸੇਲ ਘਟ ਗਈ ਮੈਨੂੰ 1 ਲੱਖ ਰੁਪਏ ਕਲੇਮ ਦਿਓ ਇੰਸ਼ੋਰੈਂਸ ਕੰਪਨੀ ਕਹਿੰਦੀ ਤੈਨੂੰ 1 ਲੱਖ ਰੁਪਏ ਦਾ ਨੁਕਸਾਨ ਨਹੀਂ ਹੋਇਆ ਤੈਨੂੰ ਉਸ ਸੇਲ ਦੇ ਉੱਤੇ ਜਿਹੜਾ ਪ੍ਰੋਫਿਟ ਹੋਣਾ ਸੀ ਉਹਦਾ ਨੁਕਸਾਨ ਹੋਇਆ। ਹੁਣ ਜਿਵੇਂ ਆਪਾਂ ਐਗਜ਼ਾਮਪਲ ਲਈ ਤੁਸੀਂ ਮਾਰਕੀਟ ਦੀ 10 ਰੁਪਏ ਦਾ ਮਾਰਕੀਟ ਲਿਆਂਦਾ 15 ਰੁਪਏ ਦਾ ਵੇਚਣਾ ਸੇਲ ਕਰਨਾ ਇਟ ਮੀਨਸ ਉਹਨੂੰ ਜੇ ਸੇਲ ਨਹੀਂ ਹੁੰਦਾ ਤਾਂ ਉਹਨੂੰ 15 ਰੁਪਏ ਦਾ ਨੁਕਸਾਨ ਨਹੀਂ ਉਹਨੂੰ ਵੀ ਨੁਕਸਾਨ ਹੋਣਾ 5 ਰੁਪਏ ਦਾ। ਠੀਕ ਹੈ ਜੀ ਹੁਣ ਇਸੇ ਤਰੀਕੇ ਨਾਲ ਕੀ ਹੈ ਹੁਣ ਜਿਹੜੀ ਉਹ ਜਿਹੜਾ 10 ਰੁਪਏ ਦਾ ਮਾਰਕੀਟ ਦਾ ਨੁਕਸਾਨ ਹੁੰਦਾ ਉਹ ਕਿਸ ਚ ਕਵਰ ਹੋਏਗਾ ਸਟਾਕ ਲਾਸ ਵਿੱਚ ਜਿਹੜਾ 5 ਰੁਪਏ ਦਾ ਪ੍ਰੋਫਿਟ ਦਾ ਨੁਕਸਾਨ ਹੋਇਆ ਉਹ ਕਿਸ ਚ ਕਵਰ ਹੋਏਗਾ ਕਨਸੀਕੁਐਂਸ਼ੀਅਲ ਲਾਸ ਆਫ ਪ੍ਰੋਫਿਟ ਲਾਸ ਵਿੱਚ। ਠੀਕ ਹੈ ਹੁਣ ਉਹਦੇ ਵਿੱਚ ਦੂਜਾ ਸਟੈਪ ਅਸੀਂ ਕੀ ਕੈਲਕੂਲੇਟ ਕਰਨਾ ਪਰਸੈਂਟੇਜ ਆਫ ਜੀਪੀ ਰੇਸ਼ੀਓ ਇਹ ਕੀ ਚੀਜ਼ ਹੈ ਜੀਪੀ ਰੇਸ਼ੀਓ ਹੁਣ ਜਿਹੜੀ ਆ 70000 ਦੀ ਸੇਲ ਰਿਡਿਊਸ ਹੋਈ ਹੈ 70000 ਦੀ ਸੇਲ ਰਿਡਿਊਸ ਹੋਈ ਹੈ ਇਹਦੇ ਤੇ ਕਿੰਨਾ ਪ੍ਰੋਫਿਟ ਯਾਨੀ ਕਿ ਕੀ ਉਹਦਾ ਰਿਡਿਊਸ ਹੋਇਆ ਹੁਣ ਅਸੀਂ ਪ੍ਰੋਫਿਟ ਪਰਸੈਂਟੇਜ ਕਰ ਲਓ ਹੁਣ ਪ੍ਰੋਫਿਟ ਪਰਸੈਂਟੇਜ ਕਿੱਦਾਂ ਕੈਲਕੂਲੇਟ ਹੋਏਗੀ ਇਸ ਸਾਲ ਦੀ ਤਾਂ ਕੈਲਕੂਲੇਟ ਹੋ ਨਹੀਂ ਸਕਦੀ ਪੂਰੀ ਕਿਉਂਕਿ ਯਾਨੀ ਕਿ ਕੀ ਆ 3 ਮਹੀਨੇ ਬਿਜ਼ਨਸ ਹੀ ਚੱਲਿਆ ਇਸ ਪਰਪਸ ਇਹਦੇ ਨਾਲ ਫਿਰ ਕੀ ਆ ਅਸੀਂ ਜਿਹੜਾ ਪਿਛਲਾ ਪੂਰਾ ਸਾਲ ਕੰਪਲੀਟ ਹੋਇਆ ਉਹਦੀ ਯਾਨੀ ਕਿ ਕੀ ਆ ਅਸੀਂ ਜੀਪੀ ਰੇਸ਼ੀਓ ਕੀ ਕਰਾਂਗੇ ਕੈਲਕੂਲੇਟ ਕਰਾਂਗੇ। ਠੀਕ ਹੈ ਕਿਉਂਕਿ ਆ ਪੂਰਾ ਸਾਲ ਕੰਪਲੀਟ ਨਹੀਂ ਹੈ ਉਹ ਪਿਛਲੇ ਸਾਲ ਦੀ यानी कि जीपी रेशियो ਅਸੀਂ ਕੀ ਕਰ ਲੈਂਦੇ ਹਾਂ ਕੈਲਕੂਲੇਟ ਕਰ ਲੈਂਦੇ ਹਾਂ। ਹੁਣ जीपी रेशियो ਕੈਲਕੂਲੇਟ ਕਰਨ ਕੀ ਹੈ ਤੁਸੀਂ जीपी ਰੇਸ਼ੀਓ जीपी ਕਿਦਾਂ ਕੈਲਕੂਲੇਟ ਕਿਦਾਂ ਹੁੰਦਾ ਇੱਥੇ जीपी ਹੈ ਇੱਥੋਂ ਸਾਰੇ ਐਕਸਪੈਂਸਸ ਤੁਸੀਂ ਮਾਈਨਸ ਕਰ ਦਿੰਦੇ ਤੇ ਇੱਥੇ ਕੀ ਆ ਜਾਂਦਾ ਨੈਟ ਪ੍ਰੋਫਿਟ। ਠੀਕ ਹੈ ਜਦੋਂ ਤੁਸੀਂ ਪੀਰੀਅਡ ਅਕਾਊਂਟ ਬਣਾਉਂਦੇ ਇਹੀ ਬਣਾਉਂਦੇ ਗ੍ਰੋਸ ਪ੍ਰੋਫਿਟ ਇੱਥੋਂ ਐਕਸਪੈਂਸਸ ਮਾਈਨਸ ਕਰਦੇ ਤੇ ਇੱਥੇ ਕੀ ਆ ਗਿਆ ਨੈਟ ਪ੍ਰੋਫਿਟ ਆ ਗਿਆ। ਹੁਣ ਇਹ ਮੈਂ ਫਾਰਮੂਲਾ ਉੱਥੇ ਬਣਾਇਆ ਨੈਟ ਪਰਸੈਂਟੇਜ ਆਫ gross profit ਦੇ ਵਿੱਚ ਕੀ ਹੈ net profit plus insured working expenses divided by previous year sale into 100। ਠੀਕ ਹੈ ਹੁਣ ਇਹ ਕੀ ਹੈ ਇਹ ਸਾਰਾ ਪਿਛਲੇ ਸਾਲ ਦਾ ਡਾਟਾ ਇਟ ਮੀਨਸ ਕਿਹੜੇ ਸਾਲ ਦਾ 2009 ਆਪਾਂ ਵੀ ਐਗਜ਼ਾਮਪਲ ਨੂੰ ਕੰਟੀਨਿਊ ਕਰਦੇ ਹਾਂ। ਠੀਕ ਹੈ 2009-10 ਦਾ 9-10 ਮੀਨਸ ਕੀ ਹੈ ਕਿਉਂਕਿ ਫਾਈਨੈਂਸ਼ੀਅਲ ਈਅਰ ਚੱਲਦਾ 31 ਮਾਰਚ। ਠੀਕ ਹੈ ਹੁਣ ਕੀ ਹੈ ਹੁਣ ਇੱਥੇ ਪਰਸੈਂਟੇਜ ਜੀਪੀ ਰੇਸ਼ੀਓ ਦੀ ਕੈਲਕੂਲੇਟ ਕਰਨੀ ਹੈ 2009-10 ਦੇ ਵਿੱਚ ਨੈਟ ਪ੍ਰੋਫਿਟ ਪਲੱਸ ਇੰਸ਼ੋਰਡ ਵਰਕਿੰਗ ਐਕਸਪੈਂਸਸ ਇੰਸ਼ੋਰਡ ਵਰਕਿੰਗ ਐਕਸਪੈਂਸਸ ਕਿਹੜੇ ਹੁੰਦੇ ਆ ਇਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਇੰਸ਼ੋਰਡ ਵਰਕਿੰਗ ਐਕਸਪੈਂਸਸ ਕਿਹੜੇ ਹੁੰਦੇ ਆ। ਠੀਕ ਹੈ ਕਿਉਂਕਿ ਅਗਲੇ ਸਟੈਪ ਦੇ ਵਿੱਚ ਯੂਜ਼ ਹੋਣੇ ਆ ਡਿਵਾਈਡਡ ਬਾਈ ਪ੍ਰੀਵੀਅਸ ਈਅਰ ਸੇਲ। ਹੁਣ ਨੈਟ ਪ੍ਰੋਫਿਟ ਦੇ ਵਿੱਚ ਅਸੀਂ ਕੀ ਐਡ ਕਰ ਦਾਂਗੇ ਐਕਸਪੈਂਸਸ ਸਾਡੇ ਕੋਲ ਕੀ ਬਣ ਜਾਏਗਾ ਗ੍ਰੋਸ ਪ੍ਰੋਫਿਟ। ਠੀਕ ਹੈ ਜੀ ਗ੍ਰੋਸ ਪ੍ਰੋਫਿਟ ਡਿਵਾਈਡਡ ਬਾਈ ਸੇਲ ਮਲਟੀਪਲਾਈ ਬਾਈ 100 ਜੀਪੀ ਰੇਸ਼ੀਓ ਫਾਰਮੂਲਾ ਇਹ ਹੁੰਦਾ ਤੁਸੀਂ ਪਲੱਸ 2 ਦੇ ਵਿੱਚ ਰੇਸ਼ੀਓ ਚੈਪਟਰ ਚ ਕੀਤਾ ਹੋਇਆ। ठीक है जीपी रेशियो फॉर्मूला जीपी अपॉन सेल मल्टीप्लाई बाय 100 वही बनाता आ जीपी बन गया आ सेल बन गई मल्टीप्लाई बाय 100 बन गया। ठीक है एक तो साडे को आ गया जीपी रेशियो जीपी रेशियो सपोज 20% आ गई साडे को। ठीक है शॉर्ट सेल कितनी आई है 70000 जीपी रेशियो कितनी आई है 20%। कई बारी क्वेश्चंस ਦੇ ਵਿੱਚ जीपी रेशियो ਚ ਪਰਸੈਂਟੇਜ ਵਧਾਉਣ ਨੂੰ ਕਿਹਾ ਹੁੰਦਾ ਜਿਵੇਂ ਅਸੀਂ ਇੱਥੇ 20% ਇੰਕਰੀਜ਼ ਕੀਤੀ ਹੈ ਉਸੇ ਤਰੀਕੇ ਨਾਲ ਉਹਨੇ ਜੀਪੀ ਰੇਸ਼ੀਓ ਵੀ 5% ਜਾਂ 10% ਵਧਾ ਕੇ ਇੰਕਰੀਜ਼ ਕਰਨ ਕਿਹਾ ਹੋਵੇਗਾ। ਜੇ ਉਹਨੇ ਕੋਈ ਗਿਵਨ ਹੈ ਇੰਕਰੀਮੈਂਟ ਤਾਂ ਅਸੀਂ ਉਹ ਜੀਪੀ ਰੇਸ਼ੀਓ ਦੇ ਵਿੱਚ ਕੀ ਕਰ ਦੇਣਾ ਇੰਕਰੀਮੈਂਟ ਕਰ ਦੇਣਾ। ਠੀਕ ਹੈ ਜੇ ਗਿਵਨ ਹੈ ਜੇ ਨਹੀਂ ਗਿਵਨ ਹੈਗਾ ਤਾਂ ਛੱਡ ਦੇਣਾ। ਠੀਕ ਹੈ ਇਹ 20% ਹੀ ਹੈ। ਹੁਣ ਤੀਸਰਾ ਸਟੈਪ ਕੀ ਹੈ ਹੁਣ ਉਹਨੂੰ 70000 ਸੇਲ ਰਿਡਿਊਸ ਹੋਈ ਹੋਈ ਸ਼ਾਰਟ ਸੇਲ ਤੇ 25% ਦਾ ਉਹਦਾ ਕੀ ਹੈ ਪ੍ਰੋਫਿਟ ਆ ਗਿਆ। ਤੀਜਾ ਸਟੈਪ ਬੜਾ ਸਿੰਪਲ ਹੈ जीपी ऑन शॉर्ट सेल मींस की शॉर्ट सेल मल्टीप्लाई बाय जीपी रेशियो 70000 मल्टीप्लाई बाय 25% ये सारे को कितना आ गया 17500। ठीक है ਹੁਣ ਇਹ ਸਾਡੇ ਕੋਲ ਇਹ ਕੀ ਆ ਗਿਆ ਸਾਡੇ ਕੋਲ ਜਿਹੜਾ ਯਾਨੀ ਕਿ ਉਹਦੇ ਕੋਲ ਕਲੇਮ ਜਿਹੜਾ ਉਹਨੂੰ ਲਾਸ ਹੋਇਆ ਪ੍ਰੋਫਿਟ ਦਾ
70,000 ਦੀ ਸੇਲ ਦਾ ਲਾਸ ਹੋਇਆ। ਕਿੰਨੇ ਪ੍ਰੋਫਿਟ ਦਾ ਰਿਡਿਊਸ, ਕਿੰਨਾ ਪ੍ਰੋਫਿਟ 25%, 70,000 ਤੇ 25% ਕਿੰਨਾ ਆ ਗਿਆ ਸਾਡੇ ਕੋਲ 17,500। ਇਟ ਮੀਨਸ ਨਾ ਨੂੰ ਇਹਦਾ ਨੁਕਸਾਨ ਹੋਇਆ ਨਾ ਨੂੰ ਇਹਦਾ, ਇਹਦੇ ਤੇ ਉਹ ਵੀ ਕਿ ਜਿੰਨਾ ਪ੍ਰੋਫਿਟ ਹੋਣਾ ਸੀ ਉਹਨੂੰ ਉਹਦਾ ਲਾਸ ਹੋਇਆ। ਕਿੰਨੇ ਦਾ ਲਾਸ ਹੋਇਆ 17,000। ਸਟੈਪ ਦੁਬਾਰਾ ਰਿਵਿਊ ਕਰ ਲੈਂਦੇ ਹਾਂ। 6 ਸਟੈਪਸ ਨੇ ਜਿਹਦੇ ਚੋਂ ਪਹਿਲੇ 3 ਸਟੈਪਸ ਅਸੀਂ ਕਰ ਲਏ। ਸਟੈਪ 1 ਸ਼ਾਰਟ ਸੇਲ ਕੈਲਕੂਲੇਟ ਕਰ ਲਈ। ਸਟੈਂਡਰਡ ਸੇਲ ਸਾਨੂੰ ਪਿਛਲੇ ਸਾਲ ਦੀ ਜਿਸ ਸਾਲ ਫਾਇਰ ਲੱਗੀ ਹੈ, ਜਿੰਨੇ ਮਹੀਨੇ ਫਾਇਰ ਲੱਗੀ ਹੈ ਉਹੀ ਟਾਈਮ ਪੀਰੀਅਡ ਦੀ ਪਿਛਲੇ ਸਾਲ ਦੀ ਉਹਨੇ ਟਾਈਮ ਪੀਰੀਅਡ ਦੀ ਸੇਲ ਦਿੱਤੀ ਹੋਏਗੀ। ਉਹਦੇ ਵਿੱਚ ਅਸੀਂ ਉਹਨੂੰ ਕੀ ਕਹਿੰਦੇ ਸਟੈਂਡਰਡ ਸੇਲ। ਜੇ ਕੋਈ ਇੰਕਰੀਮੈਂਟ ਹੈ ਕਰ ਲੈਣਾ। डिसलोकेशन की सेल की कर देनी है माइनस कर देनी है जे कोई गिवन है, ठीक है। कई बार नहीं भी गिवन होगी आगे साढ़े को की आएगी शॉर्ट सेल आएगी। एक पूरा प्रॉपर स्टेप्स ने यानी कि बनाए हुए। उस तो बाद की है साढ़े को कितनी बची साढ़े को 70,000 एक ही आ गया साढ़े को शॉर्ट सेल आ गई। हुणे इंश्योरेंस कंपनी कहती तेन 70,000 सेल का लॉस नहीं होया, तेन इतने जो प्रॉफिट होना सी तेन ओदा लॉस होया 70। वो हुण यानी कि प्रॉफिट रेशियो सानू की करनी पैनी पहला कैलकुलेट करनी पैनी। वो प्रॉफिट रेशियो कितना कैलकुलेट करनी है जीपी अपॉन सेल मल्टीप्लाई बाय 100। जीपी सानू सीधा नहीं दिता होएगा, नेट प्रॉफिट दिता होएगा, वर्किंग शोर वर्किंग एक्सपेंसेस दिते होंगे ते पिछले साल की सेल दी हुई। इत्थे सेल पिछले साल की नहीं क्योंकि जिस साल फायर लगी है वो साल पूरा कंप्लीट नहीं होया। मल्टीप्लाई बाय 100, ठीक है, परसेंटेज आ जाएगी। हुण तीसरा स्टेप की है जीपी ऑन शॉर्ट सेल। वो सर गुरु आ गया 17,500। इट मींस किन्ने का प्रॉफिट का लॉस हो गया 17,500। 3 महीने जी सेल रिड्यूस हुई है उन्हें 17,500 का की हो गया लॉस, ठीक है। अगले जेडे 3 स्टेप्स ने पहला कवर कर लियो, 1-2-3 बार इन्हें रिव्यू करियो इस वीडियो। उस तो बाद फिर अगली यानी कि जेडी वीडियो सेकंड पार्ट फिर यानी कि